2014 ਦੇ ਇਲੈਕਸ਼ਨਸ ਦੇ ਵਿੱਚ ਨਰਿੰਦਰ ਮੋਦੀ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਆ। ਅਗਰ ਆਪਾਂ ਗੌਰ ਨਾਲ ਥੋੜਾ ਜਿਹਾ ਪਿੱਛੇ ਜਾ ਕੇ ਦੇਖੀਏ ਤਾਂ ਜੋ 2012 ਔਰ 2013 ਦੇ ਵਿੱਚ ਜੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਜੋ ਇਲੈਕਸ਼ਨ ਕੈਂਪੇਨ ਸੀ, ਉਸ ਕੈਂਪੇਨ ਦੇ ਵਿੱਚ ਵਿਕਾਸ ਦੀ ਗੱਲ ਕੀਤੀ ਜਾਂਦੀ ਸੀ, ਗੁਜਰਾਤ ਮਾਡਲ ਦੀ ਗੱਲ ਕੀਤੀ ਜਾਂਦੀ ਸੀ, ਡਿਵੈਲਪਮੈਂਟ ਦੀ ਗੱਲ ਕੀਤੀ ਜਾਂਦੀ ਸੀ, ਇੰਪਲੋਇਮੈਂਟ ਦੀ, ਜਗ੍ਹਾ ਜਗ੍ਹਾ ਤੇ ਏਮਸ ਹਸਪੀਟਲ ਖੋਲਣ ਦੀ ਔਰ ਹੋਰ ਬਹੁਤ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਸੀ। ਉਸ ਟਾਈਮ ਮਾਹੌਲ ਇਹ ਬਣਾਇਆ ਗਿਆ ਸੀ ਜਿਹਨੂੰ ਮੋਦੀ ਲਹਿਰ ਕਿਹਾ ਗਿਆ, ਮੋਦੀ ਵੇਵ ਕਿਹਾ ਗਿਆ ਕਿ ਮੋਦੀ ਮੀਨਸ ਵਿਕਾਸ। ਪਰ ਅਗਰ ਆਪਾਂ ਪਿਛਲੇ 1.5 ਸਾਲ ਦੀ ਗੱਲ ਕਰੀਏ ਕਿ ਪ੍ਰਾਈਮ ਮਿਨਿਸਟਰ ਮੋਦੀ ਦੀਆਂ ਐਕਟੀਵਿਟੀਜ਼, ਇਹਦੇ ਵਿੱਚ ਵਿਕਾਸ ਦੀ ਗੱਲ ਕਿਤੇ ਵੀ ਨਜ਼ਰ ਨਹੀਂ ਆਈ। ਪ੍ਰਾਈਮ ਮਿਨਿਸਟਰ ਮੋਦੀ ਦੀ ਜੋ ਜ਼ਿਆਦਾਤਰ ਇਮੇਜ ਲੋਕਾਂ ਦੇ ਸਾਹਮਣੇ ਉੱਭਰ ਕੇ ਆਈ ਹੈ ਉਹ ਸਿਰਫ ਇਹ ਆਈ ਹੈ ਪਿਛਲੇ 1.5 ਸਾਲ ਦੇ ਵਿੱਚ ਧਾਰਮਿਕ ਸਥਾਨਾਂ ਤੇ ਜਾ ਕੇ ਧਾਰਮਿਕ ਜੋ ਰਿਚੁਅਲਸ ਆ ਉਹ ਕਰਨੇ। ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਭਾਰਤ ਸਟੇਟ ਨੂੰ ਚਲਾਉਣ ਵਾਲੇ ਨੇ, ਜਿਹੜੀਆਂ ਟੌਪ ਪੋਜੀਸ਼ਨਸ ਹੈ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਜਾਂ ਐਗਜ਼ੈਕਟਿਵ ਪੋਜੀਸ਼ਨਸ ਇਦਾਂ ਦੀਆਂ, ਕਿ ਉਹਨਾਂ ਨੂੰ ਆਪਣੇ ਫ੍ਰੀडम ਆਫ ਐਕਸਪ੍ਰੈਸ਼ਨ ਦੇ ਵਿੱਚ ਜਾਂ ਫ੍ਰੀडम ਟੂ ਪ੍ਰੈਕਟਿਸ देयर ਰਿਲੀਜੀਅਨ, ਇਹਦੇ ਅੰਦਰ ਕੀ ਆਪਣਾ ਸੰਵਿਧਾਨ ਉਹਨਾਂ ਨੂੰ ਅਲਾਉ ਕਰਦਾ ਹੈ ਕਿ ਉਹ ਗੰਗਾ 'ਚ ਜਾ ਕੇ ਡੁਬਕੀ ਕਰਨ ਜਾਂ ਜੋ ਵੀ ਉਹ ਆਪਣੇ ਧਰਮ ਦੀ ਪ੍ਰੈਕਟਿਸ ਕਰਨਾ ਚਾਹੁੰਦੇ ਉਹ ਕਰ ਸਕਣ। ਇਹਦੇ ਬਾਰੇ ਸੰਵਿਧਾਨ ਕੀ ਕਹਿੰਦਾ ਹੈ, ਇਹਦੇ ਬਾਰੇ ਸੰਵਿਧਾਨ ਦੇ ਵਿੱਚ ਕੀ ਅਲਾਉਡ ਹੈ ਤੇ ਕੀ ਚੀਜ਼ ਨਹੀਂ ਅਲਾਉਡ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਨਾਰਸ ਦੇ ਵਿੱਚ ਜੋ ਕਾਸ਼ੀ ਵਿਸ਼ਵਨਾਥ ਕੋਰੀਡੋਰ ਸੀ ਉਹਦਾ ਉਦਘਾਟਨ ਕੀਤਾ। ਇੱਕ ਤਰ੍ਹਾਂ ਨਾਲ ਆਪਾਂ ਐਵੇਂ ਸਮਝ ਲਈਏ ਜਿਵੇਂ ਅੰਮ੍ਰਿਤਸਰ ਦੇ ਵਿੱਚ ਆਪਣੇ ਹਰਮੰਦਰ ਸਾਹਿਬ ਦੇ ਨੇੜੇ ਜੋ ਹੈਰੀਟੇਜ ਸਟਰੀਟ ਬਣੀ ਆ, ਇੱਕ ਪਾਰਟਿਕੂਲਰ ਏਰੀਆ ਡੈਡੀਕੇਟ ਕਰਕੇ ਉਹਦੀ ਬਿਊਟੀਫਿਕੇਸ਼ਨ ਕੀਤੀ ਗਈ ਹੈ, ਉਹਨੂੰ ਖੂਬਸੂਰਤ ਬਣਾਇਆ ਗਿਆ ਹੈ। ਉਸੇ ਤਰ੍ਹਾਂ ਦਾ ਇੱਕ ਕਨਸੈਪਟ ਸੀ ਕਾਸ਼ੀ ਵਿਸ਼ਵਨਾਥ ਕੋਰੀਡੋਰ। ਭਾਰਤ ਦੇ ਆਲਮੋਸਟ ਹਰ ਧਰਮ ਦੇ ਤਬਕੇ ਦੇ ਵਿੱਚ ਕਾਸ਼ੀ ਦੇ ਲਈ, ਕਾਸ਼ੀ ਵਿਸ਼ਵਨਾਥ ਦੇ ਲਈ ਇੱਕ ਖਾਸ ਤਰ੍ਹਾਂ ਦੀ ਆਸਥਾ ਔਰ ਰਿਸਪੈਕਟ ਹੈ। ਹਿੰਦੂ ਧਰਮ ਦੇ ਵਿੱਚ ਖਾਸ ਤੌਰ ਤੇ ਇਸ ਜਗ੍ਹਾ ਦੀ ਬਹੁਤ ਹਿਊਜ ਇੰਪੋਰਟੈਂਸ ਆ ਫਰੋਮ ਰਿਲੀਜੀਅਸ ਪਰਸਪੈਕਟਿਵ। ਸੋ 339 ਕਰੋੜ 339 ਕਰੋੜ ਰੁਪੀਸ ਖਰਚ ਕੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਇੱਥੇ ਬਿਊਟੀਫਿਕੇਸ਼ਨ ਕੀਤੀ ਹੈ, ਖੂਬਸੂਰਤੀਕਰਨ ਕੀਤਾ ਹੈ ਤਾਂ ਕਿ ਇੱਥੇ ਹੋਰ ਜ਼ਿਆਦਾ ਟੂਰਿਸਟ ਨੂੰ ਅਟਰੈਕਟ ਕੀਤਾ ਜਾਵੇ। ਇਦਾਂ ਦੀਆਂ ਉਹਨਾਂ ਦੀਆਂ ਕੁਝ ਪਿੱਛੇ ਜਿਹੜੇ ਮੋਟਿਵਸ ਹੈ ਤਾਂ ਕਿ ਇਸ ਜਗ੍ਹਾ ਦੇ ਉੱਤੇ ਲੋਕਾਂ ਨੂੰ ਦਿਖਾਇਆ ਜਾ ਸਕੇ ਕਿ ਯੈਸ ਦੇਖੋ ਪ੍ਰਾਈਮ ਮਿਨਿਸਟਰ ਮੋਦੀ ਨੇ ਵਿਕਾਸ ਕੀਤਾ ਹੈ, ਦੇਸ਼ ਵਿਕਾਸ ਹੋ ਰਿਹਾ ਦੇਸ਼ ਦਾ। ਸੋ 339 ਕਰੋੜ ਲਗਾ ਕੇ ਉਹਦੀ ਬਿਊਟੀਫਿਕੇਸ਼ਨ ਕੀਤੀ ਗਈ ਹੈ। ਪ੍ਰਾਈਮ ਮਿਨਿਸਟਰ ਮੋਦੀ ਖੁਦ ਉਹਦੀ ਉਦਘਾਟਨ ਕਰਨ ਦੇ ਲਈ ਉੱਥੇ ਜਾਂਦੇ ਆ ਬਨਾਰਸ ਦੇ ਵਿੱਚ। ਦੂਰਦਰਸ਼ਨ ਵੱਲੋਂ, ਮੀਡੀਆ ਵੱਲੋਂ 55 ਕੈਮਰੇ ਲਗਭਗ ਲਗਾ ਕੇ ਉਹਦਾ ਜਿਹੜਾ ਟੈਲੀਕਾਸਟ ਕੀਤਾ ਜਾਂਦਾ ਹੈ, ਗੰਗਾ ਦੇ ਵਿੱਚ ਡੁਬਕੀ, ਹੋਰ ਜੋ ਪੂਜਾ ਪਾਠ ਹੈ, ਉਹ ਸਾਰਾ ਕੁਝ ਟੀਵੀ ਦੇ ਉੱਤੇ ਲੋਕਾਂ ਨੂੰ ਦਿਖਾਇਆ ਜਾਂਦਾ, ਟੈਲੀਕਾਸਟ ਕੀਤਾ ਜਾਂਦਾ। ਆਪਣੇ ਸੰਵਿਧਾਨ ਦਾ ਆਰਟੀਕਲ 25 ਹਰ ਇੱਕ ਇਨਸਾਨ ਨੂੰ, ਇਸ ਦੇਸ਼ ਦੇ ਹਰ ਇੱਕ ਇਨਸਾਨ, ਚਾਹੇ ਉਹ ਪ੍ਰਾਈਮ ਮਿਨਿਸਟਰ ਹੈ ਚਾਹੇ ਕੋਈ ਵੀ ਹੈ, ਉਹਨਾਂ ਨੂੰ ਆਪਣਾ ਧਰਮ ਫ੍ਰੀਲੀ ਪ੍ਰੈਕਟਿਸ ਕਰਨ ਦੀ ਆਜ਼ਾਦੀ ਦਿੰਦਾ ਹੈ। ਕੋਈ ਵੀ ਜਾਣਾ, ਆਪਾਂ ਇੱਕ ਦੂਸਰੇ ਨੂੰ ਰੋਕ ਨਹੀਂ ਸਕਦੇ ਕਿ ਤੁਸੀਂ ਇੱਥੇ ਨਮਾਜ਼ ਨਹੀਂ ਪੜ੍ਹ ਸਕਦੇ, ਤੁਸੀਂ ਇੱਥੇ ਗੁਰਦੁਆਰੇ ਨਹੀਂ ਜਾ ਸਕਦੇ, ਤੁਸੀਂ ਇਸ ਮੰਦਿਰ 'ਚ ਨਹੀਂ ਜਾ ਸਕਦੇ ਜਾਂ ਕੋਈ ਵੀ ਹੋਰ ਧਰਮ ਦੀ ਪ੍ਰੈਕਟਿਸ ਨਹੀਂ ਕਰ ਸਕਦੇ। ਆਪਾਂ ਨੂੰ ਅਲਾਉਡ ਹੈ, ਈਚ ਐਂਡ ਐਵਰੀ ਸਿਟੀਜ਼ਨ ਆਫ ਇੰਡੀਆ ਇਜ਼ ਅਲਾਉਡ ਟੂ ਪ੍ਰੈਕਟਿਸ ਜੋ ਵੀ ਧਰਮ ਉਹ ਫੋਲੋ ਕਰਨਾ ਚਾਹਵੇ। ਲੇਕਿਨ ਜੋ ਇੰਡੀਆ ਹੈ, ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਹੈ, ਜੋ ਪੂਰਾ ਦੇਸ਼ ਆਪਣਾ ਭਾਰਤ ਹੈ, ਉਹ ਸਾਰੇ ਕਨਸਟੀਟਿਊਸ਼ਨ ਤੇ ਡਿਪੈਂਡੈਂਟ। ਆਪਾਂ ਇੱਕ ਕਨਸਟੀਟਿਊਸ਼ਨ ਨੂੰ ਫੋਲੋ ਕਰਦੇ ਹਾਂ, ਜੋ ਕਨਸਟੀਟਿਊਸ਼ਨ B.R. ਅੰਬੇਡਕਰ ਸਾਹਿਬ ਵੱਲੋਂ ਪੂਰੀ ਡਰਾਫਟਿੰਗ ਕਮੇਟੀ ਸੀ, ਉਹਨਾਂ ਨੇ ਕਾਫੀ ਲੰਬਾ ਸਮਾਂ ਲਿਆ ਔਰ ਬਾਅਦ ਵਿੱਚ ਕਨਸਟੀਟਿਊਸ਼ਨ ਬਣਿਆ, ਉਹਨਾਂ ਨੇ ਡਰਾਫਟ ਕੀਤਾ। ਬਟ ਅਗਰ ਆਪਾਂ ਕਨਸਟੀਟਿਊਸ਼ਨ ਦਾ ਪ੍ਰੀਐਮਬਲ ਹੀ ਪੜ੍ਹ ਕੇ ਦੇਖੀਏ ਤਾਂ ਉਸ ਪ੍ਰੀਐਮਬਲ ਦੇ ਵਿੱਚ ਆਉਂਦਾ ਹੈ ਕਿ ਭਾਰਤ ਇੱਕ ਸੈਕੂਲਰ ਕੰਟਰੀ ਹੈ। ਸੈਕੂਲਰ ਦਾ ਮਤਲਬ ਹੁੰਦਾ ਹੈ ਕਿ ਕੋਈ ਧਰਮ ਨਿਰਪੱਖ ਹੈ, ਕਿਸੇ ਵੀ ਧਰਮ ਨੂੰ ਜਿਹੜਾ ਆਪਣਾ ਸਟੇਟ ਹੈ, ਜਿਹੜੀ ਆਪਣੀ ਸਰਕਾਰ ਹੈ, ਚਾਹੇ ਉਹ ਸੂਬੇ ਦੀ ਸਰਕਾਰ ਹੈ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ, ਉਹਦਾ ਕੋਈ ਵੀ ਧਰਮ ਨਹੀਂ ਹੁੰਦਾ। ਸੋ ਇਸੇ ਕਰਕੇ ਜਿਹੜੇ ਐਗਜ਼ੈਕਟਿਵ ਲੈਵਲ ਤੇ ਬੈਠੇ ਹੋਏ ਆ, ਜਿਹੜੀਆਂ ਟੌਪ ਪੋਜੀਸ਼ਨਸ ਦੇ ਉੱਤੇ ਆ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਆਫ ਇੰਡੀਆ ਜਾਂ ਹੋਰ ਮਿਨਿਸਟਰਸ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਭਾਰਤ ਦੇਸ਼ ਆ ਉਹਦੀ ਸੈਕੂਲੈਰਿਟੀ, ਉਹਦੀ ਜਿਹੜੀ ਧਰਮ ਨਿਰਪੱਖਤਾ ਆ, ਉਹ ਜੋ ਉਹਦਾ ਸੈਕੂਲਰ ਢਾਂਚਾ ਆ, ਜੋ ਉਹਦਾ ਬੇਸਿਕ ਫੈਬਰਿਕ ਆ ਭਾਰਤ ਦੇਸ਼ ਦਾ ਸੈਕੂਲਰ, ਉਹਨੂੰ ਪ੍ਰਮੋਟ ਕਰਨਾ। ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ KS ਚੌਹਾਨ ਦੀ ਬੁੱਕ ਹੈ, ਉਸ ਕਿਤਾਬ ਦੇ ਵਿੱਚ ਵੀ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ, ਮੈਂ ਕਿਤਾਬ ਦਾ ਨਾਮ ਡਿਸਕ੍ਰਿਪਸ਼ਨ ਦੇ ਵਿੱਚ ਐਡ ਕਰ ਦੂੰਗੀ। ਉਸ ਕਿਤਾਬ 'ਚ ਉਹਨਾਂ ਨੇ ਲਿਖਿਆ ਵੀ ਅਗਰ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਕਿਸੇ ਧਾਰਮਿਕ ਜਗ੍ਹਾ ਤੇ ਜਾ ਕੇ
कोई उद्घाटन करे, कोई नींह पत्थर रखे या कोई अपनी रिलीजियस फेथ का शो ऑफ करे, तो वो जिहड़ा अपना संविधान है वो अपने संविधान की उलंघना कर रहे हैं। वो सैकुलर बिल्कुल भी एक सैकुलर एक्ट नहीं है। इसे टॉपिक की स्टडी करते एक इवेंट होर जो सामने आया रिसर्च करते हुए सी कि पहले प्रधानमंत्री जवाहरलाल नेहरू ने प्रेजिडेंट ऑफ इंडिया जो राजेंद्र प्रसाद सीगे उस टाइम वो सोमनाथ टैंपल दे विच गए सी, तब प्राइम मिनिस्टर जवाहरलाल नेहरू ने उन्होंने एक तरह का ऑब्जेक्ट किया सी उन्हों का उत्थे जाना, और उन्होंने उन्होंने अर्ज किया सी कि तुहाडी जगह ते कोई होर जाना भी जा सकता सी। अगर तुसी देश के प्रेजिडेंट एक खास धर्म दे विच प्रोग्राम ते जाके उस चीज़ दे विच जाओगे तो जिहड़ा अपना देश का सैकुलर ढांचा आ उस ढांचे दे उत्ते एक तरह नाल आपां ओदी उलंघना कर रहे हैं अपने जो कॉन्स्टिट्यूशन का बेसिक ढांचा। ओदा मैं स्क्रीनशॉट इत्थे साइड ते लगा भी रही हाँ जो मैं जिथों मैं स्टडी किया सी कि पंडित नेहरू ने जो प्रधानमंत्री सीगे देश दे उन्होंने प्रेजिडेंट नूं इस चीज़ दे उत्ते लिख के भेजिया कि एक गलत स्टैप सी सोमनाथ टैंपल दे विच जाना। प्राइम मिनिस्टर नरेंद्र मोदी का अगर आप देखिए तो वो 2020 दे विच जदों पूरा देश तालाबंदी दे अंदर घरां दे विच कैद किया होया सी, उस टाइम राम मंदिर की नींह पत्थर रखन जाते हैं। काफ़ी उस टाइम भी चैनल्स वालों टैलीकास्ट किए गए, बट कोई भी मीडिया चैनल्स लगा लिए या होर ऑर्गेनाइजेशंस लगा लिए इन्नी ज़्यादा आवाज़ नहीं चकते, क्योंकि अगर कोई प्राइम मिनिस्टर जदों साफ शब्दों के विच डिक्लेयर्ड है कि अपने कॉन्स्टिट्यूशन का जो बेसिक ढांचा है वो सैकुलर है, भारत एक सैकुलर कंट्री है, भारत की जिहड़ी सरकार है उसका कोई धर्म नहीं है। प्राइम मिनिस्टर का एज ए पर्सन अपना धर्म हो सकता, बट प्राइम मिनिस्टर की कुर्सी का कोई धर्म नहीं है, उहदे लई सारे धर्म समान ने, सर्व धर्म समानतव। लेकिन उस तो बाद भी अगर ये चीज़ों का लाइव पॉडकास्ट चलाए जाने, लाइव टैलीकास्ट चलाए जाने यूट्यूब सोशल मीडिया ते एंड टीवी के उत्ते लोगों तक, ਇਹਦਾ मतलब कि हाँ तुसी शायद कोशिश कर रहे हैं कि कुछ खास धर्म के लोगों जो हैपन्स टू बी मेजोरिटी उन्होंने इंप्रैस करना, उन्होंने वोट्स नू मोबिलाइज करना, अपनी तरफ अपने नाल जोड़ के रखना। उस तो बाद केदारनाथ जिहड़ी गुफा दे विच जाके मैडिटेशन करते हुए भी तस्वीरां बहुत वायरल हुई सी कुछ समय पहला, और उस तो बाद हुण जो काशी विश्वनाथ कॉरीडोर दीयां पिक्चर्स है उहदे विच भी गंगा च डुबकी पूजन एंड होर तरह दीयां आरतीज, ये एक प्राइम मिनिस्टर वालों जो एक्सपोजे किया गया अपने फेथ का बहुत वधिया। इस टाइम इस वीडियो दे विच मेरा कोई भी ऐदां दा मंतव नहीं है कि मैं इस किसी दे पर्टिकुलर धर्म बारे कोई भी गल कवां। अगर कोई भी टॉप क्लास जिहड़े अपने चेयर होल्डर्स या जिहड़े कुर्सियां ते बैठे हुए लोग हैं, प्राइम मिनिस्टर प्रेजिडेंट मिनिस्टर CMs या कोई भी अगर अपनी धर्म की प्रैक्टिस करन अपनी पर्सनल कैपेसिटी दे विच तो कोई बुराई नहीं है। अपना संविधान अलाउ करदा आर्टिकल 25 कि तुसी अपने धर्म की प्रैक्टिस कर सकते हैं, पर जदों उसनूं लाइव टैलीकास्ट चलाया जाना, लोग 55 कैमरे लगा के काशी विश्वनाथ टैंपल की वो जिहड़ी इनॉग्रेशन एंड ऑल द जो प्रोसीजर्स जो किए गए हैं उहदे नाल इस तरह का शंका जाहिर होंदा है कि ये एक खास वर्ग के लोगों की वोट नूं मोबिलाइज करना, एक लोगों नूं दिखाउणा कि मैं बहुत धार्मिक इंसान है, ताकि डिवेलपमेंट एंड विकास के उत्ते कोई जना गल ना करे। कि आपां ये मतलब समझिए भी किसी भी बॉस दे लई ये चीज़ जाके दिखानी बहुत आसान काम है कि मैं तो बहुत फकीर आदमी हूँ, मैं तो साधना करता हूँ, मैं तो मेडिटेशन करता हूँ, मैं तो धर्म में बहुत मान्यता है, प्रभु देव एंड वट एवर कोई भी धर्म दे लई ये चीज़ करनी सौखी है, पर यह चीज़ से गल करनी बहुत औखी है कि इंप्लॉयमेंट देश दे विच वधदी हुई महंगाई, पेट्रोल डीजल्स दीयां कीमतां, उस तो इलावा जो एजुकेशन का हाल है, जो देश बिक रहा है, जो हर एक चीज़ प्राइवेट हत्थां दे विच दिती जा रही है। सरकार ये दिखा रही है कि असी नहीं संभालांगे देश नूं, रेलवे हो गया, एयरपोर्ट्स हो गया, कुछ भी हो गया, असी प्राइवेट हत्थां 'च दे देंगे। आप असी वेले रहना चाहते हैं, क्यों? क्योंकि असी बहुत आस्था वाले फकीर आदमी हैं। मेरा इस वीडियो 'च मैं दोबारा कहनी है भी किसी पर्टिकुलर धर्म के उत्ते जाके मेरा ये कोई तंज कसन का मतलब नहीं सीगा। मेरा पॉइंट ये है भी जदों स्टेट इंडिया स्टेट है जिहड़ी ओदा कोई धर्म नहीं है, तो इंडिया स्टेट नूं इस टाइम कौन रिप्रेजेंट कर रहा है? इंडिया स्टेट नूं रिप्रेजेंट कर रहे हैं प्रेजिडेंट, प्राइम मिनिस्टर, अदर मिनिस्टर्स, कैबिनेट, चीफ मिनिस्टर्स।
ਸੋ ਅਗਰ ਉਹ ਇੱਕ ਖਾਸ ਧਰਮ ਨੂੰ, ਜੋ ਧਰਮ ਬਹੁਤਾਤ ਲੋਕਾਂ ਦਾ ਧਰਮ ਹੈ ਇੰਡੀਆ ਦੇ ਵਿੱਚ, ਹਿੰਦੂ ਧਰਮ, ਉਹਦੀਆਂ ਰਿਚੁਅਲਸ ਨੂੰ ਪ੍ਰੈਕਟਿਸ ਕਰਨਗੇ ਔਰ ਟੀਵੀ ਦੇ ਉੱਤੇ ਇਸ ਤਰ੍ਹਾਂ ਟੈਲੀਕਾਸਟ ਕੀਤਾ ਜਾਏਗਾ ਕਿ ਉਹ ਇੱਕ ਪ੍ਰਾਈਮ ਮਿਨਿਸਟਰ ਜਾ ਕੇ ਕਰ ਰਿਹਾ ਹੈ, ਨਾ ਕਿ ਪ੍ਰਾਈਮ ਮਿਨਿਸਟਰ ਆਪਣੀ ਪਰਸਨਲ ਕੈਪੈਸਿਟੀ ਦੇ ਵਿੱਚ ਐਜ਼ ਏ ਨਰਿੰਦਰ ਮੋਦੀ ਆਪਣੀ ਆਰਤੀ ਕਰ ਰਹੇ ਨੇ। ਤੋ ਇਹਦੇ ਨਾਲ ਡੈਫੀਨੇਟਲੀ ਇੱਕ ਬਹੁਤ ਵੱਡਾ ਫਰਕ ਪੈਂਦਾ, ਉਹਨਾਂ ਲੋਕਾਂ ਦੇ ਫਰਕ ਪੈਂਦਾ ਜਿਹੜੇ ਇੰਡੀਆ ਦੇ ਵਿੱਚ ਵਸਣ ਵਾਲੇ ਹੋਰ ਧਰਮ ਨੇ, ਸਿੱਖ ਧਰਮ, ਮੁਸਲਿਮ ਧਰਮ, ਕ੍ਰਿਸਚੀਅਨ ਧਰਮ, ਜੈਨ ਧਰਮ, ਬੁੱਧਿਜ਼ਮ ਐਂਡ ਹੋਰ ਬਹੁਤ ਸਾਰੇ ਧਰਮ ਜਿਹੜੇ ਕਿਸੇ ਗਿਣਤੀ 'ਚ ਵੀ ਨਹੀਂ ਮੰਨੇ ਜਾਂਦੇ, ਜਿਨ੍ਹਾਂ ਨੂੰ ਸਿਰਫ ਮਾਈਨੋਰਿਟੀ ਮੰਨਿਆ ਜਾਂਦਾ। ਸੋ ਇੱਕ ਇਹ ਜਦੋਂ ਦੇਸ਼ ਦੇ ਵਿੱਚ ਆਲਰੇਡੀ ਹਿੰਦੂ ਮੁਸਲਿਮ ਡਿਵਾਈਡ, ਹਿੰਦੂ ਐਂਡ ਹਿੰਦੂਤਵਾ ਦੀਆਂ ਬਹਿਸਾਂ ਇੰਨੀਆਂ ਜ਼ਿਆਦੀਆਂ ਚੱਲ ਰਹੀਆਂ ਹੋਣ, ਤਾਂ ਆਈ ਥਿੰਕ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਇਹ ਚੀਜ਼ਾਂ ਨੂੰ ਲਾਈਵ ਟੈਲੀਕਾਸਟ ਦੇ ਉੱਤੇ ਸਿਰਫ ਔਰ ਸਿਰਫ ਆਸਥਾ ਦਾ ਖੇਡ ਇੱਕ ਲੋਕਾਂ ਨੂੰ ਦਿਖਾਵੇ, ਤਾਂ ਉਹ ਇੱਕ ਕਨਸਟੀਟਿਊਸ਼ਨ ਦਾ ਜੋ ਆਪਣੇ ਸੰਵਿਧਾਨ ਦਾ ਬੇਸਿਕ ਢਾਂਚਾ ਹੈ, ਤਾਂ ਉਸ ਢਾਂਚੇ ਨੂੰ ਉਦੇੜਨ ਦੀ ਗੱਲ ਹੋਗੀ, ਵੀ ਉਸ ਢਾਂਚੇ ਦਾ ਅਪਮਾਨ ਕਰਨ ਵਾਲੀ ਗੱਲ ਹੋਗੀ। ਦਿਸ ਇਜ਼ ਵਾਟ ਆਈ ਜੈਨੂਇਨਲੀ ਥਿੰਕ। ਜਦੋਂ ਕੋਈ ਵੀ ਪ੍ਰਧਾਨ ਮੰਤਰੀ ਸਹੁੰ ਚੁੱਕਦੇ ਆ ਤਾਂ ਓਥ ਟੇਕਿੰਗ ਉਹ ਸੈਰੇਮਨੀ ਹੁੰਦੀ ਆ, ਸਹੁੰ ਚੁੱਕ ਸਮਾਗਮ ਹੁੰਦਾ, ਉਹਦੇ ਵਿੱਚ ਉਹ ਕਸਮ ਖਾਂਦੇ ਆ ਸਭ ਦੇ ਸਾਹਮਣੇ ਕਿ ਮੈਂ ਭਾਰਤ ਦੀ ਇੰਟੀਗ੍ਰਿਟੀ ਨੂੰ ਮੇਨਟੇਨ ਰੱਖੂੰਗਾ, ਮੈਂ ਆਈ ਵਿਲ ਬੇਅਰ ਫੁੱਲ ਫੇਥ ਐਂਡ ਐਲੀਜੀਅੰਸ ਇਨ ਦ ਕਨਸਟੀਟਿਊਸ਼ਨ ਆਫ ਇੰਡੀਆ। ਸੋ ਜਦੋਂ ਆਪਣਾ ਪ੍ਰਾਈਮ ਮਿਨਿਸਟਰ ਆਪਣੇ ਧਾਰਮਿਕ ਉਸ ਚੀਜ਼ ਨੂੰ ਯੂਜ਼ ਕਰਦੇ ਆ, ਇੱਕ ਦਿਖਾਵਾ ਕਰਦੇ ਆ ਲੋਕਾਂ ਦੇ ਅੱਗੇ, ਇਹਦਾ ਮਤਲਬ ਕਿ ਉਹ ਕਨਸਟੀਟਿਊਸ਼ਨ ਦੀ ਉਲੰਘਣਾ ਹੈ, ਉਹਦਾ ਜੋ ਬੇਸਿਕ ਢਾਂਚਾ ਆ, ਉਹਦਾ ਜੋ ਫਾਊਂਡੇਸ਼ਨਲ ਸਟਰਕਚਰ ਹੈ, ਉਹਦੀ ਉਲੰਘਣਾ ਹੈ। ਕੋਈ ਵੀ ਪ੍ਰਧਾਨ ਮੰਤਰੀ ਅਗਰ ਕਾਂਗਰਸ ਦਾ ਹੋਵੇ, ਬੀਜੇਪੀ ਦਾ ਹੋਵੇ ਜਾਂ ਕਿਸੇ ਹੋਰ ਪਾਰਟੀ ਦਾ ਹੋਵੇ, ਕੋਈ ਵੀ ਟੌਪ ਐਗਜ਼ੈਕਟਿਵ ਸਟੇਟ ਨੂੰ ਚਲਾਉਣ ਵਾਲਾ ਕਿਸੇ ਵੀ ਪਾਰਟੀ ਦਾ ਅਗਰ ਆਪਣੇ ਧਰਮ ਨਿਰਪੱਖਤਾ ਛੱਡ ਕੇ ਜੋ ਦੇਸ਼ ਦਾ ਬੇਸਿਕ ਢਾਂਚਾ ਹੈ, ਸਾਡੇ ਦੇਸ਼ ਦੀ ਅਗਰ ਇੰਟੀਗ੍ਰਿਟੀ, ਅਲੱਗ-ਅਲੱਗ ਧਰਮਾਂ ਦੇ ਲੋਕ ਇਕੱਠੇ ਹੋ ਕੇ ਇੱਕ ਥਾਂ ਦੇ ਉੱਤੇ ਬੜੀ ਸੁਖ ਸ਼ਾਂਤੀ ਦੇ ਨਾਲ ਰਹਿ ਸਕਦੇ ਆ, ਰਹਿ ਰਹੇ ਆ, ਤਾਂ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਪਣੇ ਕਨਸਟੀਟਿਊਸ਼ਨ ਦਾ ਹੈ, ਜੋ ਸੈਕੂਲਰਿਜ਼ਮ ਤੇ ਚਲਾਉਂਦਾ, ਇਕੁਐਲਿਟੀ, ਲਿਬਰਟੀ ਔਰ ਫੈਟਰਨਿਟੀ ਤੇ ਚਲਾਉਂਦਾ। ਜਿੱਥੇ ਜਿੱਥੇ ਵੀ ਅੱਜ ਤੱਕ ਦੰਗੇ ਫਸਾਦ ਹੋਇਆ, ਜਿੱਥੇ ਜਿੱਥੇ ਵੀ ਡਿਵਾਈਡ ਕਰਨ ਦੀ ਕੋਸ਼ਿਸ਼ ਹੋਈ ਆ, ਉੱਥੇ ਉੱਥੇ ਹੀ ਧਰਮਾਂ ਨੂੰ ਅੱਜ ਤੱਕ ਵਰਤਿਆ ਗਿਆ। ਸੋ ਜਦੋਂ ਦੇਸ਼ ਦੇ ਵਿੱਚ ਆਲਰੇਡੀ 2 ਵਰਗਾਂ ਦੇ ਵਿੱਚ ਜਾਂ 3 ਵਰਗਾਂ ਦੇ ਵਿੱਚ ਜਾਂ ਮਿਨੋਰਿਟੀ ਮੈਜੋਰਿਟੀ ਦੀ ਗੇਮ ਚੱਲ ਰਹੀ ਹੋਵੇ, ਤਾਂ ਉਸ ਟਾਈਮ ਐਦਾਂ ਦਾ ਜੋ ਪ੍ਰੋਪਾਗੈਂਡਾ ਹੈ ਟੂ ਮੋਬਿਲਾਈਜ਼ ਅ ਪਾਰਟਿਕੂਲਰ ਲੋਕਾਂ ਨੂੰ ਔਰ ਟੂ ਡਿਸਟਰੈਕਟ ਲੋਕਾਂ ਦਾ ਧਿਆਨ ਵਿਕਾਸ ਦੇ ਕਾਰਜਾਂ ਤੋਂ, ਵਿਕਾਸ ਪੁਰਖ ਦੀ ਜੋ ਇਮੇਜ ਆ ਉਹਨੂੰ ਇੱਕ ਧਾਰਮਿਕ ਡਿਵੋਟੀ ਦੇ ਤੌਰ ਤੇ ਦਿਖਾਣੇ ਦਾ ਮਤਲਬ ਇਹ ਹੋ ਗਿਆ ਕਿ ਦਿਸ ਇਜ਼ ਨਿਊ ਇੰਡੀਆ, ਜਿਹਦੇ ਵਿੱਚ ਕਨਸਟੀਟਿਊਸ਼ਨ ਇਜ਼ ਮੇਅਰਲੀ ਅ ਬੁੱਕ, ਔਰ ਜੋ ਸੰਵਿਧਾਨ ਦੀ ਕਸਮ ਖਾਦੀ ਆ ਉਹਦੀ ਉਲੰਘਣਾ ਕੀਤੀ ਜਾਊਗੀ ਔਰ ਬਾਰ-ਬਾਰ ਕੀਤੀ ਜਾਊਗੀ, ਜਿਹਦੇ ਵਿੱਚ ਜਿਸ ਦੇਸ਼ ਦੇ ਵਿੱਚ ਆਲਰੇਡੀ ਮਾਈਨੋਰਿਟੀ ਮੈਜੋਰਿਟੀ ਦੀ ਗੇਮ ਜਿਹੜੀ ਆ ਉਹ ਖੇਡੀ ਜਾ ਰਹੀ ਹੈ, ਜਿਸ ਦੇਸ਼ ਦੇ ਵਿੱਚ ਆਲਰੇਡੀ ਮਾਈਨੋਰਿਟੀਜ਼ ਦੀ ਲਾਇਲਟੀ ਸਸਪੈਕਟ ਕੀਤੀ ਜਾਂਦੀ ਹੈ। ਮੈਜੋਰਿਟੀ ਇੱਕ ਧਰਮ ਹੈ, ਹਿੰਦੂ ਧਰਮ, ਜੋ ਬਾਕੀ ਧਰਮ ਨੇ ਦੇਸ਼ ਦੇ ਵਿੱਚ ਉਹ ਮਾਈਨੋਰਿਟੀ ਦੇ ਵਿੱਚ ਨੇ, ਬਹੁਤ ਘੱਟ ਨੰਬਰਾਂ ਦੇ ਵਿੱਚ ਉਹ ਧਰਮਾਂ ਦੇ ਲੋਕਾਂ ਦੀ ਗਿਣਤੀ ਹੈ। ਸੋ ਉਹ ਆਲਰੇਡੀ ਇੰਡੀਆ ਦੇ ਵਿੱਚ ਅਨਸੇਫ ਫੀਲ ਕਰ ਰਹੇ, ਔਰ ਜਦੋਂ ਇੰਡੀਆ ਦੇ ਟੌਪ ਐਗਜ਼ੈਕਟਿਵ ਵੱਲੋਂ ਇਹ ਚੀਜ਼ਾਂ ਹੋ ਰਹੀਆਂ ਆ, ਤਾਂ ਮੈਨੂੰ ਲੱਗਦਾ ਕਿ ਐਦਾਂ ਦੇ ਸੀਨ ਆਉਣ ਵਾਲੇ ਫਿਊਚਰ ਦੇ ਵਿੱਚ ਹੋਰ ਵੀ ਦੇਖਣ ਨੂੰ ਮਿਲਣਗੇ, ਤਾਂ ਕਿ ਇਸ ਚੀਜ਼ ਨੂੰ ਲੋਕਾਂ ਅੱਗੇ ਰੱਖਿਆ ਜਾ ਸਕੇ ਕਿ ਜੋ ਮੈਜੋਰਿਟੀ ਦਾ ਧਰਮ ਹੈ ਉਹੀ ਇਸ ਦੇਸ਼ ਦਾ, ਇਸ ਸਟੇਟ ਦਾ ਧਰਮ ਹੈ। ਥੈਂਕ ਯੂ ਸੋ ਮਚ ਫॉर ਵਾਚਿੰਗ।